ਵਾਹਿਗੁਰੂ गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां सतगुरां ने गुरबाणी गुरु राही उपदेश बख्शिश कीता है, सानू जीवां नूं समझाउंदे भी इस लोक विच आके जदों असीं इस लोक विच आउंदे इत्थे इस लोक दे विच भेजण तो पहिलां सातों मरने जिहड़ा लिखा लिया जांदा भी तुसीं जिथे चले हो मृत मंडल, तुसीं उत्थे सदा नहीं रह सकदे। तुहानूं जिहड़ा समा सवासां दा धन देण लगे, ये पहलां सातों मरण लिखा लिया जांदा, लिखा के फिर असीं इस लोक च आउंदे। मारे फरमाउंदे मरण लिखाए मंडल में आए। हुण मरण लिखा के इत्थे आ गए, इत्थे आके मरना भुल गए। इत्थे आके सानू याद ही न रहा भी असीं इत्थों जाना भी है वापस। हुण ऐसा रोग साडे मन नूं लगा है, ये विचारां तृष्णा दा, आशा अभिलाषा दा।
ਬਈ ਜੀਵ ਨੇ ਮਰਨਾ ਹੀ ਵਿਸਾਰ ਛੱਡਿਆ, ਮਰਨਾ ਹੀ ਭੁੱਲ ਗਈ ਬਈ ਮੈਂ ਇੱਥੋਂ ਵਾਪਸ ਵੀ ਜਾਣਾ। ਮਾਰੇ ਫਰਮਾਉਂਦੇ ਇਹੋ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਬਈ ਐਸਾ ਰੋਗ ਲੱਗਾ ਸਾਡੇ ਮਨਾਂ ਨੂੰ ਵੀ ਮਰਨਾ ਹੀ ਵਿਸਾਰ ਛੱਡੀ ਵੀ ਅਸੀਂ ਇੱਥੋਂ ਜਾਣਾ ਵੀ। ਤੇ ਇੰਨਾ ਜੀਵ ਅਗਿਆਨਤਾ 'ਚ ਚਲਾ ਗਿਆ, ਜੇ ਕੋਈ ਮਰਨ ਦੀ ਗੱਲ ਵੀ ਕਰਦਾ ਤੇ ਫਟਾਫਟ ਨੂੰ ਰੋਕ ਦਿੰਦੇ ਬਈ ਮਾਰਨ ਦੀ ਗੱਲ ਨਹੀਂ ਕਰਨੀ, ਇਹ ਗੱਲ ਕਰਨੀ ਵੀ ਮਾੜੀ ਹੁੰਦੀ। ਸਤਿਗੁਰੂ ਸਾਨੂੰ ਫਿਰ ਸਮਝਾਉਂਦੇ ਵੀ ਅਸੀਂ ਮਰਨ ਤਾਂ ਪਹਿਲਾਂ ਲਿਖਾ ਕੇ ਹੈ ਵੀ ਉਹ ਤਾਂ ਸਾਡਾ ਤੈਅ। ਸੰਸਾਰ ਦੇ ਵਿੱਚ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਆਸ਼ਾ ਅਭਿਲਾਸ਼ਾ 'ਚ ਚੱਲਦੇ ਹਾਂ, ਇਹ ਤਾਂ ਸਾਡੇ ਵਿਚਾਰ ਪਤਾ ਨਹੀਂ ਪੂਰੇ ਹੋਣਗੇ ਕਿ ਨਹੀਂ ਹੋਣਗੇ, ਪਰ ਇੱਕ ਗੱਲ ਤਾਂ ਪੱਕੀ ਹੋਏਗੀ ਵੀ ਇੱਕ ਦਿਨ ਸਾਡਾ ਸਮਾਂ ਖਤਮ ਹੋਏਗਾ, ਸਾਨੂੰ ਮੌਤ ਆਉਣੀ ਤੇ ਅਸੀਂ ਇੱਥੋਂ ਜਾਣਾ ਵਾਪਸ। ਮਹਾਰਾਜ ਦਾਈਓ ਕਹਿੰਦੇ ਵੀ ਇਹ ਸਾਰਿਆਂ ਨੂੰ, ਜਿਹੜਾ ਵੀ ਜੀਵ ਇਸ ਲੋਕ 'ਚ ਆਇਆ ਉਹਨੇ ਇੱਥੋਂ ਵਾਪਸ ਜਾਣਾ ਹੀ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਆਪੋ ਆਪਣੀ ਵਾਰੀ ਮੁਤਾਬਕ ਇੱਥੋਂ ਸਭ ਨੇ ਚਲਾ ਜਾਣਾ। ਕਿਸੇ ਦੀ ਵਾਰੀ ਪਹਿਲਾਂ ਆ ਜਾਂਦੀ, ਕਿਸੇ ਦੀ ਬਾਅਦ 'ਚੋਂ ਆ ਜਾਂਦੀ, ਆਉਣੀ ਸਭ ਦੀ। ਹੁਣ ਤਾਈਓ ਸਾਨੂੰ ਫਿਰ ਸਮਝਾਉਂਦੇ ਵੀ ਇਸ ਲੋਕ ਦੇ ਵਿੱਚ ਵੀ ਜੀਵ ਮਰਨਾ ਭੁੱਲ ਗਈ, ਉਹਨੇ ਮਰਨਾ ਵਿਸਾਰ ਛੱਡਿਆ, ਉਹ ਸਮਝਦਾ ਵੀ ਮੈਂ ਇੱਥੋਂ ਜਾਣਾ ਨਹੀਂ। ਸਤਿਗੁਰੂ ਕਹਿੰਦੇ ਅਸੀਂ ਇਸ ਲੋਕ ਦੇ ਵਾਸੀ ਨਹੀਂ, ਵੀ ਅਸੀਂ ਇੱਥੋਂ ਵਾਪਸ ਜਾਣਾ ਹੀ ਜਾਣਾ। ਹੁਣ ਆਪਾਂ ਨੂੰ ਫਿਰ ਤਾਂ ਕਰਕੇ ਵਾਰ-ਵਾਰ ਸਾਨੂੰ ਚੇਤੇ ਕਰਾਇਆ ਜਾਂਦਾ ਵੀ ਤੁਸੀਂ ਮਰਨਾ ਨਾ ਭੁੱਲੋ, ਤੁਸੀਂ ਮਰਨਾ ਚੇਤੇ ਰੱਖੋ, ਵੀ ਤੁਸੀਂ ਇਸ ਲੋਕ ਵਿੱਚ ਸਦਾ ਨਹੀਂ ਰਹਿਣਾ, ਤੁਸੀਂ ਇੱਥੋਂ ਵਾਪਸ ਜਾਣਾ। ਹੁਣ ਜੇ ਅਸੀਂ ਮਰਨਾ ਚੇਤੇ ਰੱਖਾਂਗੇ ਤੇ ਫਿਰ ਅਸੀਂ ਇੰਨਾ ਇਸ ਮਾਇਆ ਦੇ ਘਰ ਦੇ ਵਿੱਚ ਵੱਝਦੇ ਨਹੀਂ, ਫਿਰ ਅਸੀਂ ਇੰਨਾ ਇਸ ਮਾਇਆ ਦੇ ਨਾਲ ਮੋਹ ਪਿਆਰ ਨਹੀਂ ਪਾਉਂਦੇ ਵੀ ਅਸੀਂ ਇਹਨੂੰ ਛੱਡ ਹੀ ਨਾ ਸਕੀਏ, ਵੀ ਅਸੀਂ ਇੱਥੋਂ ਵਾਪਸ ਜਾ ਹੀ ਨਾ ਸਕੀਏ। ਮਾਰੇ ਤਾਈਓ ਫਰਮਾਉਂਦੇ ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲਾਗੇ ਨਾ ਆਪ ਵੰਜਾਈਏ। ਜੇ ਸਾਡਾ ਮਨ ਇਹ ਗੱਲ ਨੂੰ ਮੰਨ ਲਵੇ ਵੀ ਮੈਂ ਇੱਥੇ ਸਦਾ ਨਹੀਂ ਰਹਿਣਾ, ਮੈਂ ਇਸ ਲੋਕ ਦਾ ਵਾਸੀ ਨਹੀਂ, ਮੈਂ ਇੱਥੋਂ ਚਲਾ ਜਾਣਾ, ਤੇ ਫਿਰ ਇਸ ਝੂਠ ਦੇ ਨਾਲ ਇੰਨਾ ਨਹੀਂ ਜੁੜਦਾ ਵੀ ਇੱਥੋਂ ਇਹ ਝੂਠ ਨੂੰ ਛੱਡ ਹੀ ਨਾ ਸਕੇ। ਹੁਣ ਜੁੜਦਾ ਉਦੋਂ ਜਦੋਂ ਫਿਰ ਇਹ ਮਰਨਾ ਭੁੱਲਿਆ ਹੁੰਦਾ, ਇਹਨੂੰ ਚੇਤੇ ਨਹੀਂ ਮਰਨਾ, ਤੇ ਇਹ ਸਮਝਦਾ ਵੀ ਮੈਂ ਕਿਹੜਾ ਇੱਥੋਂ ਜਾਣਾ। ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜੀਵ ਇਸ ਲੋਕ ਦੇ ਵਿੱਚ ਵੀ ਮੈਂ ਕਿਹੜਾ ਇੱਥੋਂ ਪੱਕਾ ਜਾਣਾ, ਵੀ ਇੱਥੇ ਹੀ ਰਹਿਣਾ। ਤੇ ਉਹ ਫਿਰ ਕੀ ਕਰਦਾ ਵੀ ਉਹ ਪੱਕੇ ਇੰਤਜ਼ਾਮ ਕਰਦਾ ਇੱਥੇ। ਜਿਵੇਂ ਮਹਾਰਾਜ ਕਹਿੰਦੇ ਵੀ ਘਰ ਬਣਾਉਂਦਾ, ਮਹਿਲ ਬਣਾਉਂਦਾ, ਤੇ ਨੀਂਹ ਜਿਹੜੀ ਉਹਦੀ ਬੜੀ ਗਹਿਰੀ ਰੱਖਦਾ, ਡੂੰਘੀ, ਵੀ ਮੈਂ ਇੱਥੇ ਪੱਕਾ ਵਾਸਾ ਕਰ। ਸਤਿਗੁਰੂ ਕਹਿੰਦੇ ਵੀ ਉਦਾਹਰਨ ਦਿੱਤੀ ਵੀ ਇੱਕ ਰਿਸ਼ੀ ਹੋਇਆ ਮਾਰਕੰਡਾ, ਉਹਨੇ ਵਰ ਲਿਆ ਹੋਇਆ ਸੀ ਵੀ ਜਦ ਤੱਕ ਵੀ ਪਰਲੋਂ ਨਹੀਂ ਆਉਂਦੀ ਵੀ ਉਹਨਾਂ ਸਮਾਂ ਮੈਂ ਮਰਾਂ ਨਾ, ਵੀ ਮੈਂ ਦੇਖਣਾ ਚਾਹੁੰਦਾ ਵੀ ਪਰਲੋਂ ਕਿਵੇਂ ਆਉਂਦੀ। ਵੀ ਉਹਦੀ ਬਹੁਤ ਲੰਮੀ ਆਰਜ਼ੂ ਸੀ ਵੀ ਜਦੋਂ ਦੁਨੀਆ ਖਤਮ ਹੁੰਦੀ, ਮਹਾਂ ਪਰਲੋਂ ਆਉਂਦੀ। ਉਹਨੇ ਵਰ ਲਿਆ ਹੋਇਆ ਸੀ ਵੀ ਮੈਂ ਉਹ ਪਰਲੋਂ ਦੇਖ ਕੇ ਜਾਵਾਂ। ਇਹ ਉਹਨੂੰ ਪਤਾ ਵੀ ਸੀ
ਵੀ ਮੇਰੀ ਇੰਨੀ ਉਮਰ ਹੈ ਵੀ ਜਦ ਤੱਕ ਦੁਨੀਆ ਖਤਮ ਨਹੀਂ ਹੁੰਦੀ ਪਰਲੋਂ ਨਹੀਂ ਆਉਂਦੀ ਵੀ ਉਹਨਾਂ ਸਮਾਂ ਮੈਂ ਜਾਣਾ ਨਹੀਂ। ਪਰ ਉਹਨੇ ਫਿਰ ਵੀ ਆਪਦੀ ਜਿਹੜੀ ਸਾਰੀ ਜ਼ਿੰਦਗੀ ਸਾਰੀ ਆਰਜੂ ਉਹਨੇ ਇੱਕ ਕੱਖਾਂ ਕਾਨਿਆਂ ਦੀ ਕੁੱਲੀ ਬਣਾ ਕੇ ਉਹਦੇ ਵਿੱਚ ਗੁਜ਼ਾਰੀ ਵੀ ਉਹਨੇ ਇੱਧਰ ਇੰਨਾ ਪੱਕਾ ਨਹੀਂ ਇੰਤਜ਼ਾਮ ਕੀਤਾ। ਹਾਲਾਂਕਿ ਉਹਨੂੰ ਪਤਾ ਵੀ ਸੀ ਵੀ ਮੈਂ ਕਿਹੜਾ ਐਡੀ ਛੇਤੀ ਮਰਨਾ, ਜਦ ਤੱਕ ਪਰਲੋਂ ਨਹੀਂ ਆਉਂਦੀ ਮੈਂ ਮਰਦਾ ਨਹੀਂ। ਪਰ ਫਿਰ ਵੀ ਉਹਨੇ ਇੱਧਰ ਕੋਈ ਇਹ ਪੱਕਾ ਇੰਤਜ਼ਾਮ ਨਹੀਂ ਕੀਤਾ। ਉਹਨੇ ਇਹ ਕੱਖਾਂ ਕਾਨਿਆਂ ਦੀ ਕੁੱਲੀ ਬਣਾ ਕੇ ਉਹਦੇ ਵਿੱਚ ਰਹਿਣ ਵਸੇਰਾ ਕੀਤਾ। ਮਹਾਰਾਜ ਨੇ ਫਿਰ ਉਹਦੀ ਉਦਾਹਰਨ ਦਿੱਤੀ। ਸਤਿਗੁਰੂ ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਈ, ਮਾਰ ਕੰਡੇ ਤੇ ਕੋ ਅਧਿਕਾਰੀ ਜਿਨ ਤਰਨ ਕਰ ਮੁੰਡ ਬੁਲਾਈ। ਵੀ ਇੱਧਰ ਜੀਵ ਗਹਿਰੀ ਖੁਦਾਈ ਕਰਕੇ ਉੱਪਰ ਮਹਿਲ ਮਨਾਰੇ ਬਣਾਉਂਦਾ ਹੈ, ਪੱਕਾ ਇੰਤਜ਼ਾਮ ਕਰ। ਤੇ ਮਾਰੇ ਕਹਿੰਦੇ ਵੀ ਮਾਰ ਕੰਢੇ ਤੋਂ ਲੰਮੀ ਤਾਰ ਜੋ ਹੋ ਨਹੀਂ ਸਕਦੀ ਵੀ ਉਹਨੇ ਕੀ ਤਰਣ ਦਾ ਘਰ ਬਣਾ ਕੇ ਉਹਦੇ ਵਿੱਚ ਹੀ ਗੁਜ਼ਾਰਾ ਕੀਤਾ। ਕਿਉਂਕਿ ਉਹਨੂੰ ਮਰਨਾ ਚੇਤੇ ਸੀ, ਉਹ ਫਿਰ ਵੀ ਨਹੀਂ ਸੀ ਭੁੱਲੀ। ਹੁਣ ਇੱਧਰ ਜੀਵ ਨੇ ਮਰਨਾ ਵਿਸਾਰ ਦਿੱਤਾ, ਮਰਨਾ ਭੁਲਾ ਛੱਡਿਆ। ਅਤੇ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਮਰਨਾ ਭੁੱਲਿਆ ਹੋਣ ਕਰਕੇ ਇੱਧਰ ਮਾਇਆ ਦੇ ਵਿੱਚ ਇਹ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਚੱਲਤ। ਹੁਣ ਇੱਥੇ ਫਿਰ ਸਤਿਗੁਰੂ ਉਦਾਹਰਨ ਦਿੰਦੇ ਬਾਬਾ ਫਰੀਦ ਜੀ ਵੀ ਦਰਿਆ ਦੇ ਕੰਢੇ ਦੇ ਉੱਤੇ ਬਗਲਾ ਬੈਠਾ ਅਤੇ ਕੇਲਾਂ ਕਰਦਾ। ਹੁਣ ਉਹਨੂੰ ਕੇਲ ਕਰਦੇ ਨੇ ਅਚਨਤੇ ਬਾਜ਼ ਪੈ ਜਾਂਦੀ। ਜਦੋਂ ਬਾਜ਼ ਪੈਂਦੇ ਕੇਲਾਂ ਕੂਲਾਂ ਸਭ ਵਿਸਰ ਜਾਂਦੀਆਂ, ਜਿਹੜੀਆਂ ਉਹਦੇ ਮਨ ਚੇਤੇ ਵੀ ਨਹੀਂ ਹੁੰਦੀਆਂ, ਜਿਹੜੀ ਉਹਨੇ ਕਦੇ ਸੋਚਿਆ ਵੀ ਨਹੀਂ ਹੁੰਦੀ, ਫਿਰ ਉਹਦੇ ਨਾਲ ਉਹ ਵਾਪਰਦੀ ਗੱਲ। ਸਤਿਗੁਰੂ ਇਸੇ ਤਰ੍ਹਾਂ ਹੀ ਸਾਨੂੰ ਸਮਝਾਉਂਦੇ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਨਤੇ ਬਾਜ਼ ਪਏ। ਬਾਜ਼ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਵੀ ਜਿਹੜੀਆਂ ਜੀਵ ਦੇ ਮਨ ਚੇਤੇ ਵੀ ਨਹੀਂ ਹੁੰਦੀਆਂ, ਕਿਉਂਕਿ ਇਹਨੂੰ ਤਾਂ ਮੌਤ ਚੇਤੇ ਹੀ ਨਹੀਂ ਹੁੰਦੀ, ਮਨਮੁਖ ਨੂੰ ਤਾਂ ਭੁੱਲਿਆ ਹੀ ਹੰਸ। ਅਤੇ ਭੁੱਲਿਆ ਹੋਣ ਕਰਕੇ ਮਾਇਆ ਦੇ ਵਿੱਚ ਮਸਤ ਹੋ ਕੇ ਲੱਗਿਆ ਹੰਸ, ਅਤੇ ਚਿੰਤਾ ਹੀ ਫਿਰ ਜੰਮ ਆ ਪੈਂਦੀ, ਸਮਾਂ ਖਤਮ ਹੋ ਜਾਂਦਾ। ਜਦੋਂ ਸਮਾਂ ਖਤਮ ਹੁੰਦਾ ਫਿਰ ਇਹਦੀ ਜੋ ਹਾਲਤ ਹੁੰਦੀ, ਫਿਰ ਮਾਰੇ ਦੱਸਦੇ ਵੀ ਜਮਾਂ ਦਾ ਜਿਹੜਾ ਡੰਡਾ ਉਹ ਸਹਿਣਾ ਬਹੁਤ ਔਖਾ, ਫਿਰ ਇਹ ਤੋਂ ਸਹਿਆ ਨਹੀਂ ਜਾਂਦਾ। ਉਹ ਉਹਨਾਂ ਦੀ ਜਿਹੜੀ ਮਾਰ ਉਹ ਬੜੀ ਔਖੀ ਸਹਿਣ। ਮਾਰੇ ਫਰਮਾਉਂਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ। ਵੀ ਉਹਨਾਂ ਦਾ ਡੰਡਾ ਬੜਾ ਭਿਆਨਕ, ਉਹਨਾਂ ਦੀ ਮਾਰ ਬੜੀ ਭਿਆਨਕ, ਵੀ ਉਹ ਸਹੀ ਨਹੀਂ ਜਾਂਦੀ। ਉਹਨੂੰ ਉਦੋਂ ਕਹਿੰਦੇ ਵੀ ਕੇਲਾਂ ਸੀ ਜਿਹੜੀਆਂ ਉਹ ਵਿਸਰ ਗਈਆਂ, ਅਤੇ ਚਿੰਤਾ ਹੀ ਬਾਜ਼ ਪੈ ਗਈ, ਜਾਮਾ ਕੇ ਪਏ। ਅਤੇ ਮਨਮੁਖ ਦੇ ਤਾਂ ਚੇਤੇ ਵੀ ਨਹੀਂ ਸੀ ਵੀ ਮੇਰੀ ਆਹ ਹਾਲਤ ਹੁਣ, ਕਿਉਂਕਿ ਇੱਧਰ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਲੱਗਾ ਹੋਇਆ ਸੀ, ਮਸਤ ਹੋ ਕੇ ਤੇ ਮਰਨਾ ਹੀ ਭੁੱਲਿਆ ਬੈਠਾ ਸੀ। ਫਿਰ ਉਦੋਂ ਇਹ ਪਛਤਾਉਂਦਾ, ਫਿਰ ਉਦੋਂ ਸੁੱਤਾ ਹੋਇਆ ਜਾਗਦਾ, ਜਦੋਂ ਜੰਮ ਆ ਕੇ ਕੁੱਟਣਾ ਸ਼ੁਰੂ ਕਰ ਦਿੰਦੇ, ਸਿਰ 'ਚ ਡੰਡਾ ਮਾਰਦੇ। ਫਿਰ ਇੱਕਦਮ ਜਦੋਂ ਉੱਠਦਾ ਕੇਲਾਂ ਵਿਸਰ ਜਾਂਦੀ, ਫਿਰ ਪੁੱਛਦਾ ਵੀ ਮੈਂ ਕਿੱਥੇ। ਫਿਰ ਜਾਵੇਂ ਨੂੰ ਦੱਸਦੇ ਵੀ ਹੁਣ ਤੂੰ ਸਾਡੇ ਕੋਲ, ਤੇਰਾ ਸਮਾਂ ਸੀ ਜਿਹੜਾ ਉਹ ਬੀਤ ਚੁੱਕੀ।
ਫੇਰੇ ਛੁੱਟ ਕੇ ਭੱਜ ਨਹੀਂ ਸਕਦਾ ਕਿਸੇ ਪਾਸੇ ਉਹਨਾਂ ਤੋਂ। ਮਾਰੇ ਫਰਮਾਉਂਦੇ ਜਮ ਕੋ ਡੰਡ ਪੜਿਓ ਸੈਰੂ ਪਰ, ਤਬ ਸੋਭਤ ਜਾਗਿਓ, ਕਹਾਂ ਹੋ ਤਬ ਕੇ ਪਛਤਾਏ, ਛੂਟਤ ਨਾਹਿਨ ਭਾਗਿਓ। ਫਿਰ ਉਦੋਂ ਪਛਤਾਉਂਦਾ ਤੇ ਉਦੋਂ ਛੁੱਟ ਨਹੀਂ ਸਕਦਾ, ਉਦੋਂ ਫਿਰ ਛੱਡਦਾ ਹੀ ਨਹੀਂ ਜਮ। ਫਿਰ ਉਦੋਂ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸਾਰਾ ਜੀਵਨ ਸੀ ਜਿਹੜਾ ਸਾਰੀ ਰਹਿਣ ਜਿਹੜੀ ਆਪਣੀ ਆਰਜ਼ੂ ਇਹ ਸੁੱਤੇ ਨਹੀਂ ਲਗਾ ਦਿੱਤੀ। ਜੀਵਨ ਦੀ ਰਾਤ ਸੀ ਜਿਹੜੀ ਬੀਤ ਗਈ, ਸਾਰੀ ਉਮਰ ਸੁੱਤਾ ਹੀ ਰਹੀ, ਉੱਠਿਆ ਹੀ ਨਾ, ਅਤੇ ਸੁੱਤੇ ਦਾ ਹੀ ਸਾਰਾ ਜੀਵਨ ਨਿਕਲ ਗਿਆ। ਫਿਰ ਉਦੋਂ ਪਛਤਾਉਂਦਾ ਅਤੇ ਉਦੋਂ ਪਛਤਾਵੇ ਦਾ ਕੋਈ ਲਾਭ ਨਹੀਂ ਹੁੰਦਾ, ਕੋਈ ਲਾਹਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਵੀ ਜਦੋਂ ਤੇਰੇ ਕੋਲ ਸਮਾਂ ਸੀ, ਜਦੋਂ ਤੇਰੇ ਕੋਲ ਮੌਕਾ ਸੀ, ਵਾਰੀ ਸੀ, ਉਦੋਂ ਤੂੰ ਲੋਭ ਦੇ ਵਿੱਚ ਪਿਆ, ਮਾਇਆ ਦੇ ਵਿੱਚ, ਅਤੇ ਹੁਣ ਤਾਂ ਤੈਨੂੰ ਪਛਤਾਵੇ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਜਿਹੜਾ ਤੇਰਾ ਸਮਾਂ ਸੀ ਉਹ ਬੀਤ ਚੁੱਕੀ। ਸਤਿਗੁਰੂ ਫਰਮਾਉਂਦੇ ਕਰਨ ਹੋਤੋ ਸੋ ਨਾ ਕੀਓ, ਪਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉ ਰੋਵਤ ਅੰਧ। ਵੀ ਹੁਣ ਤਾਂ ਤੇਰਾ ਜਿਹੜਾ ਸਮਾਂ ਸੀ ਉਹ ਬੀਤ ਚੁੱਕੀ, ਤੇਰੀ ਜਿਹੜੀ ਵਾਰੀ ਸੀ ਉਹ ਵਾਰੀ ਲੰਘ ਗਈ, ਰਾਤ ਤੇਰੀ ਗੁਜ਼ਰ ਗਈ। ਸੋ ਤਾਈਓਂ ਹੁਣ ਮਨ ਨੂੰ ਸਮਝਾਉਂਦੇ ਵੀ ਪ੍ਰਾਣੀ ਤੂੰ ਆਇਆ ਤਾਂ ਲਾਹਾ ਖੱਟਣ ਵਾਸਤੇ, ਬਈ ਤੂੰ ਹੁਣ ਇੱਧਰ ਕਿੱਧਰ ਮਾਇਆ ਦੇ ਜੰਜਾਲਾਂ 'ਚ ਪੈ ਗਿਆ, ਤੇਰੀ ਰਾਤ ਹੈ ਜਿਹੜੀ ਉਹ ਬੀਤਦੀ ਜਾ ਰਹੀ। ਫਰਮਾਉਂਦੇ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ। ਵੀ ਤੇਰੇ ਜੀਵਨ ਦੀ ਜਿਹੜੀ ਰਹਿਣ ਉਹ ਮੁੱਕਦੀ ਜਾ ਰਹੀ। ਜਿਵੇਂ ਰਾਤ ਕਿੰਨੀ ਵੀ ਲੰਮੀ ਹੋਵੇ ਉਹ ਤਾਂ ਮੁੱਕ ਹੀ ਜਾਣੀ। ਜਿਵੇਂ ਰਾਤਾਂ ਹੁਣ ਗਰਮੀਆਂ 'ਚ ਛੋਟੀਆਂ ਹੋ ਜਾਂਦੀਆਂ, ਸਰਦੀਆਂ 'ਚ ਵੱਡੀਆਂ ਹੋ ਜਾਂਦੀਆਂ, ਹੁਣ ਇਸੇ ਤਰ੍ਹਾਂ ਹੀ ਹੈ ਸਾਡੇ ਜੀਵਨ ਦੀ ਰਾਤ। ਕਿਸੇ ਦੀ ਛੋਟੀ ਹੈ, ਛੇਤੀ ਨਿਬੜ ਜਾਂਦੀ, ਸਮਾਂ ਛੇਤੀ ਖਤਮ ਹੋ ਜਾਂਦਾ। ਕਿਸੇ ਦੀ ਵੱਡੀ ਹੈ ਥੋੜ੍ਹੀ, ਤੇ ਨਿਬੜ ਤਾਂ ਉਹ ਵੀ ਜਾਣੀ, ਲੰਘ ਤਾਂ ਉਹ ਵੀ ਜਾਣੀ। ਹੁਣ ਮਹਾਰਾਜ ਕਹਿੰਦੇ ਵੀ ਜੀਵਨ ਨੇ ਮਰਨਾ ਸੀ ਜਿਹੜਾ ਉਹ ਮਰਨਾ ਹੀ ਵਿਸਾਰ ਛੱਡਿਆ, ਮਰਨਾ ਹੀ ਭੁਲਾ ਛੱਡੀ। ਉਹਨੂੰ ਮੌਤ ਚੇਤੇ ਹੀ ਨਹੀਂ ਆਉਂਦੀ ਵੀ ਮੈਂ ਇੱਥੋਂ ਜਾਣਾ ਵੀ। ਅਤੇ ਮਹਾਰਾਜ ਫਿਰ ਸਾਨੂੰ ਤਾਂ ਸਮਝਾਉਂਦੇ ਬਈ ਆਏ ਹੋ ਲਾਹਾ ਖੱਟਣ ਵਾਸਤੇ, ਅਤੇ ਸਮਾਂ ਤੁਹਾਡਾ ਬੀਤਦਾ ਜਾ ਰਿਹਾ, ਦਿਨ ਪੈਰ ਘੜੀਆਂ ਸਮਾਂ ਲੰਘਦਾ ਜਾ ਰਿਹਾ। ਜਿਹੜਾ ਕਾਲ ਹੈ ਘੇਰਾਬੰਦੀ ਤੰਗ ਕੀਤੀ ਆ, ਜਿਉਂ ਜਿਉਂ ਸਮਾਂ ਘੱਟਦਾ ਤਿਉਂ ਤਿਉਂ ਘੇਰਾ ਤੰਗ ਕਰਦੀ ਆਉਂਦਾ। ਇੱਕ ਦਿਨ ਇਹਨੇ ਜਦੋਂ ਸਾਡਾ ਸਮਾਂ ਖਤਮ ਹੋ ਗਿਆ, ਸਾਡੇ ਮਨ ਨੂੰ ਇੱਥੋਂ ਹੀ ਫੜ ਲਿਆ। ਹੁਣ ਮਹਾਰਾਜ ਕਹਿੰਦੇ ਕੋਈ ਐਸੀ ਵਿਧੀ ਜੁਗਤੀ ਤਰੀਕਾ ਅਪਣਾਓ ਵੀ ਇਹ ਕਾਲ ਦੇ ਦਾਇਰੇ ਦੇ ਵਿੱਚੋਂ ਬਾਹਰ ਨਿਕਲੋ, ਇੱਥੋਂ ਉੱਪਰ ਉੱਠੋ। ਫਰਮਾਉਂਦੇ ਨੇ ਦਿਨ ਤੇ ਪਹਿਰ ਪਹਿਰ ਤੇ ਘੜੀਆਂ, ਆਪ ਘਟੇ ਤਨ ਸੀਜੇ, ਕਾਲ ਹੇਰੀ ਫਿਰੇ ਬੰਦਕ ਜਿਉਂ ਕਹੋ ਕਵਣ ਵੈਦਿਕ। ਵੀ ਕਾਲ ਦਾ ਹੁਣ ਘੇਰਾਬੰਦੀ ਤੰਗ ਕੀਤੀ ਆਉਂਦਾ, ਕਿਹੜੀ ਵਿਧੀ ਅਪਣਾਈ, ਐਸਾ ਕਿਹੜੀ ਜੁਗਤੀ ਕਿਹੜਾ ਤਰੀਕਾ ਅਪਣਾਈਏ ਵੀ ਇਹਦੇ ਦਾਇਰੇ ਵਿੱਚੋਂ ਬਾਹਰ ਨਿਕਲੀ। ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਗੁਰੂ ਦੇ ਸ਼ਬਦ ਦਾ ਆਸਰਾ ਦੋ ਮਨ। ਜਦੋਂ ਅਸੀਂ ਆਸਰਾ ਦੇਵਾਂਗੇ ਗੁਰੂ ਦੇ ਸ਼ਬਦ ਦਾ, ਅਤੇ ਇਹਦੇ ਦਾਇਰੇ ਵਿੱਚੋਂ ਅਸੀਂ ਬਾਹਰ ਨਿਕਲ ਜਾਓ, ਅਤੇ ਰਹਿ ਗੁਣਾਂ ਤੋਂ ਅਸੀਂ ਉੱਪਰ ਉੱਠ ਜਾਵਾਂਗੇ, ਚੌਥੇ ਪਦ ਵਿੱਚ ਚਲੇ ਜਾਵਾਂਗੇ। ਅਤੇ ਚੌਥਾ ਪਦ ਆਪਣਾ ਘਰ ਹੈ। ਜਦੋਂ ਅਸੀਂ ਆਪਦੇ ਘਰ ਚਲੇ ਗਏ, ਉੱਥੇ ਸਾਨੂੰ ਕਾਲ ਦੀ ਤਤੀਵਾ ਨਹੀਂ ਲੱਗ ਸਕਦੀ। ਉੱਥੇ ਸਾਡੇ ਇਰਦ ਗਿਰਦ
परमात्मा का नाम का रखिया चक्कर बन जात। मारे दाइयों फरमाउंदे ताती बाव न लगे पार ब्रह्म शरनाई, चुगिरद हमारे राम कर दुख लगे ना भाई। भी जदों असी मालक की शरण च चले गए फिर सानू काल की तती बानी लगन देती। हुण ज्यादा कि असी शरण च नहीं जाते, ये दायरे विच काल के दायरे विच उन्ना समा फिर ये सानू किते भी झपट मार सकता। साडा समा जे दिता होया इत्थे ही खत्म हो गया, फिर इन्हें वापस सानू फिर लै जाना आकारां दे विच, असी फिर वापस मुड़ आवांगे। क्योंकि सारा जिहड़ा खेल ये ध्यान दा है, भी अंत समय साडा ध्यान किधर नूं जांदा। जिहड़ी चीज़ साडे हिरदे च वसी हुंदी, जिहनूं असी दृढ़ करदे, जिहदे नाल असी ज़्यादा प्यार करदे, फिर अंत समय सानू उहदी याद आउंदी। जिवें आप शरीर करके भी देखते हैं, जदों जीव नूं शरीर करके कोई कष्ट आउंदा, कोई रोग लग जाता है जां उहदा किते बीमार हो जाता है, फिर उहनूं चेते करदा जिहदे नाल उहदा प्यार हुंदा। जिवें बच्चिआं नाल प्यार है, जे कदे बच्चे दूर रहिंदे फिर उन्हां नूं चेते करदा भी मैनूं थोड़ी याद आउंदी भी मेरे कोल आओ। क्योंकि दुख समय सानूं उहदी याद आउंदी जिहदे नाल असीं प्यार करदे। जे हुण साडा मालक दे नाल प्यार होए, जे साडी प्रीत परमात्मा नाल होएगी, जदों सानूं थोड़ा जिहा भी कष्ट होएगा असीं परमात्मा नूं चेते करांगे तो परमात्मा उदों ही हाजिर। उन्हें कितों ये नहीं भी दूरों चल के आउणा, हजे बच्चे तो दूरों चल के जे आउणगे तो उन्हां नूं तो समा लग जाए, परमात्मा नूं समा नहीं लगदा, क्योंकि वो साडे हर वक्त सदा साडे नाल। ताइयों सानू मारे फरमाउंदे हाजरा हजूर है, भी मालक सदा ही हाजिर, भी वो सातों कोई दूर नहीं है, वो साडे नेड़े वसत। नैगेटिव वसे ना ही हर दूरे, भी वो साडे नेड़े वसदा, दूर तो है ही नहीं। जदों असीं उहनूं चेते करांगे उदों ही हाजिर। ताइयों सानू गुरु गोबिंद सिंह जी महाराज भी फरमाउंदे भी सदा ही मालक साडे अंगां दे संग, सदा अंग संगे अपंग अंग बहबूते, भी सदा ही साडे नाल है, सानू किते चल के जाण दी लोड़। जदों साडा मालक नाल प्यार होएगा ते असीं उहनूं याद करांगे ते असीं जीवन मुक्त हो जावांगे। जे हुण साडा ध्यान इधर माया वल होए तो फिर असीं इधर नूं वापस आ जावांगे। जिवें हुण जीव अंत काल समय जिन्हों सिमरदा है, सिमरन का भाव हुंदा चेते करना, जिन्हों चेते करदा उहदे मुताबिक ही फिर उहनूं गां आकार मिल जांदा। वो फिर आपां नूं भगतां ने समझाया जदों उन्होंने देखिया दिव्य दृष्टि द्वारा बई जिधर नूं जीव का अंत समय ध्यान हुंदा, फिर उहनूं किहड़ी जून किहड़े आकार दे विच भेजिया जांदा। फिर उन्होंने जाके जदों देखिया दिव्य दृष्टि द्वारा तो फिर उन्होंने गुरबाणी गुरु विच आपां नूं लिखती रूप विच दसी भी ताकि जदों असीं गुरबाणी गुरु नूं पढ़ीए सानूं समझ लग जाए तो सानूं भेत अच भी साडा ध्यान किधर नूं जा रहा, साडा प्यार किहदे नाल वध है ते असीं गां किहड़े आकार दे विच जावांगे। जां जे साडा प्यार मालक दे नाल है असीं परमात्मा नाल पावांगे ते किवें असीं जिउंदे जी मुक्त हो जावांगे। फिर वो गुरमुखां ने भगतां ने जदों देखिया तो देख के फिर आपां नूं दस्सी भी अंतकार जीव जे लक्ष्मी नूं सिमरदा, लक्ष्मी कहंदे माया नूं, जिन्हें हुण सारी उम्र भज दौड़ माया की खातर ही की।
ਵੀ ਮੈਂ ਇੱਧਰੋਂ ਵੀ ਇਕੱਠੇ ਕਰ ਲਾਂ, ਇੱਧਰੋਂ ਵੀ ਇਕੱਠੇ ਕਰ ਲਾਂ, ਉਹ ਤੋਂ ਵੀ ਲੈਣੇ ਨੇ, ਉਹ ਤੋਂ ਵੀ ਲੈਣੇ। ਹੁਣ ਉਹਦਾ ਉੱਧਰੋਂ ਅੰਤ ਸਮਾਂ ਆ ਗਈ, ਅਤੇ ਜਦੋਂ ਸਮਾਂ ਆਏਗਾ ਤਾਂ ਉਹਦਾ ਧਿਆਨ ਉੱਧਰ ਨੂੰ ਹੀ ਜਾਏਗਾ, ਲక్ష్ਮੀ ਵਾਲੇ ਪਾਸੇ, ਮਾਇਆ ਪਾਸੇ। ਜੇ ਅੰਤ ਸਮੇਂ ਉਹਨੂੰ ਸਿਮਰਦਾ ਅਤੇ ਉਹਨੂੰ ਫਿਰ ਵਾਰ-ਵਾਰ ਸੱਪ ਦੀ ਜੂਨ ਦੇ ਵਿੱਚ ਆਉਣਾ ਪੈਂਦਾ। ਉਹ ਭਗਤਾਂ ਨੇ ਜਦੋਂ ਦੇਖਿਆ ਅਤੇ ਫਿਰ ਉਹਨਾਂ ਨੇ ਦੇਖ ਕੇ ਆਪਾਂ ਨੂੰ ਦੱਸੀ। ਮਾਰੇ ਫਰਮਾਉਂਦੇ ਅੰਤ ਕਾਲ ਜੇ ਲక్ష్ਮੀ ਸਿਮਰੀ, ਐਸੀ ਚਿੰਤਾ ਮੇਂ ਜੇ ਮਰੇ, ਸਰਪ ਜੂਨ ਬਲ ਬਲ ਉਤਰੀ। ਬਈ ਉਹਨੂੰ ਇਹ ਨਹੀਂ ਵੀ ਇੱਕ ਵਾਰ ਸੱਪ ਦੀ ਜੂਨ ਦੇ ਵਿੱਚ, ਉਹਨੂੰ ਵਾਰ-ਵਾਰ ਸੱਪ ਦੀ ਜੂਨ 'ਚ ਆਉਣਾ ਪੈਂਦਾ। ਅਤੇ ਜੇ ਜੀਵ ਅੰਤ ਸਮੇਂ ਮੰਦਰ ਨੂੰ ਸਿਮਰਦਾ, ਮੰਦਰ ਕਹਿੰਦੇ ਘਰ ਨੂੰ, ਜਿਵੇਂ ਸਰੀਰ ਇਹਨੂੰ ਵੀ ਮੰਦਰ ਆਖੀ, ਜਾਂ ਅਸੀਂ ਬਾਹਰ ਘਰ ਬਣਾ ਲੈਂਦੇ, ਘਰ ਨੂੰ ਵੀ ਮੰਦਰ ਕਹਿੰਦੇ। ਹੁਣ ਜਿਹਦਾ ਧਿਆਨ ਜ਼ਿਆਦਾ ਘਰ ਦੇ ਵਿੱਚ ਵੀ ਮੇਰੇ ਘਰ ਦਾ ਕੀ ਬਣੂ, ਹੁਣ ਉਹਦਾ ਧਿਆਨ ਘਰ 'ਚ ਰਹਿ ਗਿਆ। ਅੰਤ ਕਾਲ ਉਹਨੇ ਉਹਨੂੰ ਸਿਮਰਿਆ ਤਾਂ ਉਹਨੂੰ ਪ੍ਰੀਤ ਜੂਨ ਮਿਲ ਜਾਂਦੀ। ਫਿਰ ਉਹ ਪ੍ਰੀਤ ਦੀ ਜੂਨ ਦੇ ਵਿੱਚ ਵਾਰ-ਵਾਰ ਆਉਂਦੀ। ਮਾਰੇ ਫਰਮਾਉਂਦੇ ਅੰਤ ਕਾਲ ਜੇ ਮੰਦਰ ਸਿਮਰੀ, ਐਸੀ ਚਿੰਤਾ ਮੇਂ ਜੇ ਮਰੇ, ਪ੍ਰੀਤ ਜੂਨ ਬਲ ਬਲ ਉਤਰੀ। ਵੀ ਉਹਨੂੰ ਵਾਰ-ਵਾਰ ਪ੍ਰੀਤ ਦੀ ਜੂਨ 'ਚ ਆਉਣਾ ਪੈਣਾ। ਜੇ ਜੀਵ ਦਾ ਧਿਆਨ ਬੱਚਿਆਂ ਵੱਲ ਚਲਾ ਗਿਆ, ਜਿਵੇਂ ਬਹੁਤੇ ਜੀਵਾਂ ਦਾ ਇਹੋ ਹੁੰਦਾ, ਆਪਾਂ ਦੇਖਦੇ ਨਾ ਵੀ ਉੱਧਰੋਂ ਤਾਂ ਜੀਵ ਆਖਰੀ ਸਾਹਾਂ 'ਤੇ ਪਿਆ ਹੁੰਦਾ, ਉੱਧਰੋਂ ਸਾਰੇ ਬੱਚੇ ਹੋਰ ਜੀਵ ਇਕੱਠੇ ਹੋ ਕੇ ਉਹਦੇ ਇਰਦ ਗਿਰਦ ਖੜ੍ਹ ਜਾਂਦੇ। ਜਦੋਂ ਖੜ੍ਹੇ ਹੋਏ ਤੇ ਉਹਨੂੰ ਵਾਰ-ਵਾਰ ਬੁਲਾਉਂਦੇ ਵੀ ਇਹਦੀ ਪਹਿਚਾਣ ਕਰ, ਅੱਖਾਂ ਖੋਲ੍ਹ ਤੇ ਇਹਨੂੰ ਦੇਖ, ਆਹ ਦੇਖ ਤੇਰੀ ਧੀ ਖੜ੍ਹੀ ਹੈ, ਆਹ ਦੇਖ ਤੇਰਾ ਪੁੱਤ ਖੜ੍ਹਾ ਹੈ, ਇਹਦੀ ਪਹਿਚਾਣ ਕਰ ਤਾਂ ਵੀ ਆਹ ਕੌਣ ਹੈ। ਹੁਣ ਉਹਦਾ ਧਿਆਨ ਉੱਧਰ ਨੂੰ ਚਲਾ ਗਿਆ, ਬੱਚਿਆਂ ਵੱਲ ਨੂੰ, ਅਤੇ ਸਮਾਂ ਖਤਮ ਹੋ ਗਿਆ। ਅਤੇ ਇਹਦਾ ਫਲ ਉਹਨੂੰ ਕੀ ਮਿਲਦਾ, ਉਹਨੂੰ ਸੂਰ ਦੀ ਜੂਨ ਮਿਲ ਜਾਂਦੀ। ਵਾਰ-ਵਾਰ ਫਿਰ ਉਹ ਸੂਰ ਦੀ ਜੂਨ 'ਚ ਆਉਂਦਾ ਅਤੇ ਗੰਦਗੀ ਖਾਂਦਾ। ਮਾਰੇ ਕਹਿੰਦੇ ਅੰਤ ਕਾਲ ਜੇ ਲੜਕੇ ਸਿਮਰੇ, ਐਸੀ ਚਿੰਤਾ ਮੇਂ ਜੇ ਮਰੇ, ਸ਼ੁਕਰ ਜੂਨ ਬਲ ਬਲ ਉਤਰੀ। ਵਾਰ-ਵਾਰ ਉਹਨੂੰ ਸੂਰ ਦੀ ਜੂਨ 'ਚ ਆਉਣਾ ਪੈਂਦਾ। ਜੇ ਹੁਣ ਅੰਤ ਸਮੇਂ ਜੀਵ ਪਰਮਾਤਮਾ ਨੂੰ ਸਿਮਰੇ, ਪਰਮਾਤਮਾ ਨੂੰ ਸਿਮਰੇਗਾ ਕੌਣ? ਸਿਮਰੇਗਾ ਉਹੀ ਜਿਹੜਾ ਪਹਿਲਾਂ ਸਿਮਰਨ ਕਰ, ਜਿਹਨੇ ਪਹਿਲਾਂ ਦ੍ਰਿੜ ਕੀਤਾ, ਜਿਹੜਾ ਪਹਿਲਾਂ ਅਭਿਆਸ ਕਰਦਾ, ਸਤਸੰਗਤ ਕਰਦਾ, ਜਿਹਨੂੰ ਗਿਆਨ ਹੈ ਵੀ ਹੁਣ ਮੇਰਾ ਸਮਾਂ ਖਤਮ ਹੋਣ ਵਾਲਾ, ਇਹਨਾਂ ਦੇ ਵਿੱਚੋਂ ਤਾਂ ਮੇਰਾ ਕਿਸੇ ਨੇ ਸੰਗੀ ਸਾਥੀ ਬਣਨਾ ਨਹੀਂ, ਵੀ ਹੁਣ ਮੈਂ ਇਹਨਾਂ ਵੱਲੋਂ ਧਿਆਨ ਹਟਾ ਕੇ ਪੂਰਾ ਜਿਹੜਾ ਆਪਦਾ ਧਿਆਨ ਉਹ ਪਰਮਾਤਮਾ ਵੱਲ ਲਾ ਲਵਾਂ। ਫਿਰ ਉਹ ਪਰਮਾਤਮਾ ਨੂੰ ਸਿਮਰਤ, ਉਹ ਇੱਕ ਮਨ ਇੱਕ ਚਿੱਤ ਹੋ ਜਾਂਦ, ਫਿਰ ਉਹ ਜੀਵਨ ਮੁਕਤ ਹੋ ਜਾਂਦ। ਮਹਾਰਾਜ ਕਹਿੰਦੇ ਅੰਤ ਕਾਲ ਜੇ ਨਾਰਾਇਣ ਸਿਮਰੀ, ਐਸੀ ਚਿੰਤਾ ਮੇਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੀ ਹਿਰਦੇ ਵਸ। ਵੀ ਜੇ ਅੰਤ ਕਾਲ ਜੀਵ ਮਾਲਕ ਨੂੰ ਸਿਮਰਦਾ ਹੈ ਅਤੇ ਉਹ ਜੀਵਨ ਮੁਕਤ ਹੋ ਜਾਂਦ। ਹੁਣ ਮਾਲਕ ਨੂੰ ਅੰਤ ਸਮੇਂ ਸਿਮਰੇਗਾ ਉਹੀ ਜਿਹੜਾ ਪਹਿਲਾਂ ਸਿਮਰਨ ਕਰ ਰਿਹਾ। ਜੇ ਹੁਣ ਆਪਾਂ ਜੀਵ ਨੂੰ ਆਖੀਏ ਵੀ ਸਿਮਰਨ ਕਰੋ, ਉਹਨੂੰ ਹੁਣ ਔਖਾ ਲੱਗਦਾ ਸਿਮਰਨ ਕਰਨਾ। ਤੁਸੀਂ ਹੁਣ ਕਿਸੇ ਨੂੰ ਆਖੋ ਵੀ ਸੰਗਤ 'ਚ ਚੱਲੋ, ਉਹਨੂੰ ਔਖਾ ਲੱਗਦਾ ਸੰਗਤ ਕਰ। ਉਹਦਾ ਧਿਆਨ ਹੈ ਬੱਚਿਆਂ ਦੇ ਵਿੱਚ, ਉਹਦਾ ਧਿਆਨ ਹੈ ਘਰ ਵੱਲ, ਘਰ ਦਾ ਕੌਣ ਖਿਆਲ ਰੱਖੂ, ਬੱਚਿਆਂ ਦਾ ਕੌਣ ਖਿਆਲ ਰੱਖੂ। ਹੁਣ ਜੇ ਉਹਦਾ ਹੁਣ ਧਿਆਨ ਉੱਧਰ ਨੂੰ ਆ ਅਤੇ ਉੱਧਰੋਂ ਸਮਾਂ ਖਤਮ ਹੋ ਗਿਆ, ਅਤੇ ਫਿਰ ਆਪਾਂ ਆਖੀਏ ਵੀ ਉਹਦਾ ਧਿਆਨ ਪਰਮਾਤਮਾ ਵੱਲ ਲੱਗ ਜੂ। ਕੀ ਉਹਦਾ ਧਿਆਨ ਉਦੋਂ ਸਿਮਰਨ ਦੇ ਵਿੱਚ ਲੱਗ ਜੂ ਐਡੀ ਛੇਤੀ?
ਜਿਹੜਾ ਪਹਿਲਾਂ ਤਾਂ ਛੱਡ ਨਹੀਂ ਉਹਨੇ ਪਾਇਆ, ਪਹਿਲਾਂ ਤਾਂ ਉਹਦਾ ਧਿਆਨ ਉੱਧਰ ਨੂੰ ਹੀ ਰਿਹਾ, ਘਰ ਵੱਲ ਰਿਹਾ, ਬੱਚਿਆਂ ਵੱਲ ਰਿਹਾ, ਸੰਸਾਰ ਵੱਲ ਰਿਹਾ। ਫਿਰ ਸਮਾਂ ਖਤਮ ਹੋਣ ਵੇਲੇ ਉਹਦਾ ਧਿਆਨ ਸੰਸਾਰ ਵੱਲ ਨੂੰ ਹੀ ਜਾਏਗਾ। ਉਹਦਾ ਧਿਆਨ ਇਹ ਨਹੀਂ ਵੀ ਉਹਦਾ ਇੱਕ ਵਾਰੀ ਧਿਆਨ ਵੀ ਪਰਮਾਤਮਾ ਵੱਲ ਲੱਗ ਜਾਏਗਾ, ਜਾਪ ਆਖੀਏ ਵੀ ਉਹਦੇ ਸਿਮਰਨ ਚੱਲ ਪਏਗਾ। ਜਿਹਦੇ ਪਹਿਲਾਂ ਨਹੀਂ ਸਿਮਰਨ ਕੀਤਾ, ਜਿਹਨੇ ਪਹਿਲਾਂ ਅਭਿਆਸ ਨਹੀਂ ਕੀਤਾ, ਜਦੋਂ ਅੰਤ ਸਮਾਂ ਆਉਂਦਾ ਫਿਰ ਉਦੋਂ ਨਹੀਂ ਸਿਮਰਨ ਹੁੰਦਾ। ਮਾਰੇ ਤਾਈਆਂ ਫਰਮਾਉਂਦੇ ਅਬ ਨਾ ਭਜਸ ਤਾਂ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਬਈ ਜੇ ਹੁਣ ਨਹੀਂ ਸਿਮਰਨ ਹੁੰਦਾ, ਜਦੋਂ ਅੰਤ ਸਮਾਂ ਆਇਆ ਫਿਰ ਕਿੱਥੋਂ ਹੋਣਾ। ਜੇ ਪਹਿਲਾਂ ਨਹੀਂ ਤਿਆਰੀ ਕੀਤੀ, ਪਹਿਲਾਂ ਨਹੀਂ ਇਹ ਜੰਜਾਲਾਂ ਨੂੰ ਛੱਡਿਆ ਵਿਚਾਰਾਂ ਨੂੰ, ਤੇ ਫਿਰ ਅੰਤ ਸਮੇਂ ਕੋਈ ਇਹ ਥੋੜ੍ਹੀ ਵੀ ਇੱਕਦਮ ਹੀ ਉਹ ਵਿਚਾਰਾਂ ਨੂੰ ਛੱਡਦੀ। ਉਹ ਤਾਂ ਸਾਨੂੰ ਦ੍ਰਿੜ ਹੋਏ ਪਏ ਨੇ, ਸਾਡੇ ਅੰਦਰ ਵਸੀ ਪਈ ਮਾਇਆ, ਤੇ ਫਿਰ ਤਾਂ ਉਹੀ ਮਾਇਆ ਹੀ ਅੱਗੇ ਆ ਕੇ ਖੜੋਏਗੀ। ਤਾਈਆਂ ਮਾਰੇ ਕਹਿੰਦੇ ਵੀ ਜਿਹੜਾ ਅਸੀਂ ਇਹ ਖੇਤ ਦੇ ਵਿੱਚ ਪਹਿਲਾਂ ਬੀਜਦੇ, ਇਹ ਕਰਮਾਂ ਰੂਪੀ ਖੇਤ ਹੈ, ਤੇ ਜਦੋਂ ਅੰਤ ਸਮਾਂ ਆਉਂਦਾ ਫਿਰ ਉਹ ਸਾਰਾ ਕੁਝ ਆ ਕੇ ਸਾਡੇ ਅੱਗੇ ਖਲੋ ਜਾਂਦਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆਏ, ਵੀ ਜੋ ਅਸੀਂ ਬੀਜਿਆ ਉਹੀ ਉਹਦਾ ਅੰਤ ਸਮੇਂ ਵੱਢਣਾ ਪੈਣਾ ਹੈ। ਹੁਣ ਤਾਂ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਪਹਿਲਾਂ ਅਭਿਆਸ ਕਰੋ, ਤਿਆਰੀ ਕਰੋ, ਅਤੇ ਤੁਸੀਂ ਇਹ ਸੰਸਾਰ ਦੇ ਵਿੱਚ ਇਹ ਨਾ ਸਮਝੋ ਵੀ ਅਸੀਂ ਇੱਥੇ ਪੱਕੇ ਹੀ ਰਹਿਣਾ। ਇਹ ਮਿਰਤ ਮੰਡਲ ਹੈ, ਅਤੇ ਮੌਤ ਨੂੰ ਚੇਤੇ ਰੱਖੋ। ਇਹ ਇੱਥੇ ਇਸ ਤਰ੍ਹਾਂ ਰਹੋ ਸੰਸਾਰ ਦੇ ਵਿੱਚ ਜਿਵੇਂ ਇੱਕ ਮਹਿਮਾਨ ਹੁੰਦਾ। ਮਹਿਮਾਨ ਆਇਆ ਅਤੇ ਉਹਨੇ ਕੁਝ ਸਮਾਂ ਰਹਿਣਾ ਅਤੇ ਮੁੜ ਕੇ ਵਾਪਸ ਮੁੜ ਜਾ। ਜੇ ਅਸੀਂ ਆਪਦੇ ਆਪ ਨੂੰ ਮਹਿਮਾਨ ਸਮਝਾਂਗੇ, ਇੱਧਰ ਕਿਸੇ ਚੀਜ਼ 'ਤੇ ਵੀ ਆਪਦਾ ਹੱਕ ਨਹੀਂ ਜਤਾਵਾਂਗੇ। ਫਿਰ ਜਦੋਂ ਅਸੀਂ ਘਰ ਦੇ ਵਿੱਚ ਜਾਂਦੇ, ਦਰਗਾਹ 'ਚ ਸਾਨੂੰ ਮਾਣ ਮਿਲਦਾ। ਸਤਿਗੁਰੂ ਫਰਮਾਉਂਦੇ ਗੁਰ ਪ੍ਰਸ਼ਾਦੀ ਜਾਣੇ ਮਹਿਮਾਨ, ਤਾਂ ਕਿਛ ਦਰਗਾਹ ਪਾਵੇ ਮਾਣ। ਬਈ ਫਿਰ ਉਹਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ ਜੇ ਮਹਿਮਾਨ ਹੈ। ਜੇ ਅਸੀਂ ਆਖਾਂਗੇ ਵੀ ਅਸੀਂ ਕਿਹੜਾ ਇੱਥੋਂ ਜਾਣਾ, ਇਹ ਤਾਂ ਸਾਡਾ ਹੀ ਹੈ ਸਾਰਾ ਕੁਛ, ਅਤੇ ਫਿਰ ਅਸੀਂ ਇੱਧਰ ਵੱਜ ਜਾਂਗੇ। ਫਿਰ ਇੱਧਰ ਵੱਜੇ ਹੋਏ ਅਸੀਂ ਵਾਪਸ ਨਹੀਂ ਜਾ ਸਕਦੇ। ਫਿਰ ਇਹ ਜਾਲ ਦੇ ਵਿੱਚ ਅਸੀਂ ਫਸ ਜਾਂਦੇ। ਜਦੋਂ ਪੰਛੀ ਜਾਲ ਦੇ ਵਿੱਚ ਫਸ ਜਾਵੇ, ਉਹ ਫਿਰ ਉੱਡ ਨਹੀਂ ਸਕਦਾ। ਸ਼ਿਕਾਰੀ ਹੈ ਜਿਹੜਾ, ਉਹ ਚੋਗ ਇਸ ਕਰਕੇ ਖਿਲਾਰਦਾ ਹੈ ਬਈ ਫਸਾਉਣ ਵਾਸਤੇ। ਹੁਣ ਉਹਦਾ ਕੋਈ ਮਕਸਦ ਇਹ ਨਹੀਂ ਹੈ ਵੀ ਉਹ ਪਿਆਰ ਕਰਦਾ ਪੰਛੀਆਂ ਦੇ ਨਾਲ ਵੀ ਤਾਂ ਉਹ ਚੋਗਾ ਖਿਲਾਰਦਾ। ਉਹਦਾ ਮਕਸਦ ਅੰਦਰੋਂ ਇਹ ਹੈ ਵੀ ਉਹਨਾਂ ਨੂੰ ਫੜਨਾ। ਜਿਵੇਂ ਹੁਣ ਕਈ ਜੀਵ ਕੁੰਡੀ ਲਾਉਂਦੇ ਵੀ ਉਹਨੂੰ ਫੜਨ ਵਾਸਤੇ ਮੱਛੀ ਨੂੰ, ਹੁਣ ਉਹਦੇ ਮੂਹਰੇ ਉਹ ਕੋਈ ਮਾਸ ਦਾ ਟੁਕੜਾ ਜਾਂ ਆਟਾ ਬੰਨ੍ਹ ਦਿੰਦੇ। ਹੁਣ ਉਹਨਾਂ ਦਾ ਮਕਸਦ ਇਹ ਥੋੜ੍ਹੀ ਵੀ ਮੱਛੀ ਨੂੰ ਖੁਰਾਕ ਖਵਾਉਣੀ, ਉਹਦਾ ਉਹਨੂੰ ਵਸਾਉਣ ਵਾਸਤੇ। ਜਦੋਂ ਉਹਨੂੰ ਲੱਗਦਾ ਤੇ ਉਹ ਉਹਦੇ ਵਿੱਚ ਕੁੰਡੀ ਦੇ ਫਸ ਜਾਂਦੀ, ਅਤੇ ਜਦੋਂ ਫਸ ਜਾਂਦੀ ਉਹਦੇ ਹੱਥੇ ਆ ਜਾਂਦੀ। ਹੁਣ ਇਸੇ ਤਰ੍ਹਾਂ ਹੀ ਇਹ ਜਿਹੜਾ ਕਾਲ ਹੈ, ਇਹਨੇ ਸਾਡੀ ਖੁਰਾਕ ਜਿਹੜੀ ਖਿਲਾਰ ਕੇ ਉੱਪਰ ਜਾਲ ਵਿਛਾ ਦਿੱਤਾ ਵੀ ਐਸਾ ਧਿਆਨੇ ਲੱਗਣ ਕਰਮ ਕਰਨ ਵਾਸਤੇ ਵੀ ਜਾਲ ਦੇ ਵਿੱਚ ਫਸ ਜਾਣ ਅਤੇ ਮੁੜ ਕੇ ਇੱਥੋਂ ਵਾਪਸ ਨਾ ਜਾ ਸਕਣ। ਹੁਣ ਜੇ ਤਾਂ ਅਸੀਂ ਗੁਰੂ ਦੀ ਮੱਤ ਲਈਏ, ਜੇ ਤਾਂ ਅਸੀਂ ਨਾਲ ਖੁਰਾਕ ਦੇ ਇਹ ਜਾਲ ਨੂੰ ਕੱਟੀ ਜਾ ਰਹੇ ਹਾਂ, ਸਿਮਰਨ ਕੀਤੀ ਜਾ ਰਹੇ ਹਾਂ, ਫਿਰ ਤਾਂ ਅਸੀਂ ਇਹ ਜਾਲ ਨੂੰ ਕੱਟੀ ਜਾਂਦੇ ਹਾਂ। ਅਤੇ ਫਿਰ ਜਦੋਂ ਪੇਟ ਪੂਰਤੀ ਹੋ ਗਈ, ਵਾਪਸ ਜਾਣਾ ਡਾਰੀ ਮਾਰਾਂਗੇ ਅਤੇ ਆਪਦੇ ਘਰ ਨੂੰ ਚਲੇ ਜਾਵਾਂਗੇ। ਜੇ ਹੁਣ ਜਾਲ ਨੂੰ ਕੱਟਦੇ ਨਹੀਂ, ਫਸ ਗਏ, ਅਤੇ ਫਿਰ ਅਸੀਂ ਅਡਾਰੀ ਨਹੀਂ ਮਾਰ ਸਕਦੇ, ਇੱਥੋਂ ਵਾਪਸ ਜਾ ਨਹੀਂ ਸਕਦੇ ਘਰ।
ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹ ਖੇਲ ਮਾਲਕ ਨੇ ਇਹ ਆਪਣੇ ਤਨ ਦੀ ਸਰੀਰ ਦੀ ਖੁਰਾਕ ਕਾਲ ਦੇ ਸਪੁਰਦ ਕਰਕੇ ਤੇ ਕਾਲ ਨੇ ਦੂਰ ਦੂਰ ਤੱਕ ਖਿਲਾਰ ਦਿੱਤੀ ਤੇ ਉੱਤੇ ਜਾਲ ਵਿਛਾਇਆ। ਹੁਣ ਅਸੀਂ ਇਹ ਖੁਰਾਕ ਵੀ ਲੈਣੀ ਤੇ ਜਾਲ ਨੂੰ ਵੀ ਕੱਟਣਾ। ਮਾਰੇ ਫਰਮਾਉਂਦੇ ਜਾਲ ਪਸਾਰ ਚੋਗ ਵਿਸਤਾਰੀ ਪੰਖੀ ਜਿਉ ਪਹਾਵਤ ਹੈ ਕਹੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਤੇ ਆਵਤ। ਬਈ ਨਾਲ ਇਹ ਕਰਮ ਕੀਤੀ ਜਾਣਾ ਤੇ ਨਾਲ ਹੀ ਜਾਲ ਨੂੰ ਕੱਟੀ ਜਾਣਾ ਸਿਮਰਨ ਕਰ ਕਰਕੇ। ਇਸੇ ਵਰਤਾਏ ਫਿਰ ਮਹਾਰਾਜ ਕਹਿੰਦੇ ਸਿਮਰ ਸਿਮਰ ਹਰ ਕਾਰਨ ਕਰਨ। ਵੀ ਨਾਲ ਸਿਮਰਨ ਕਰੋ, ਨਾਲ ਕਰਮ ਕਰੋ ਤਾਂ ਕਿ ਇਹ ਜਾਲ ਦੇ ਵਿੱਚ ਅਸੀਂ ਫਸ ਨਾ ਜਾਈਏ। ਹੁਣ ਸਤਿਗੁਰੂ ਕਹਿੰਦੇ ਵੀ ਇਹ ਜਾਲ ਦੇ ਵਿੱਚ ਫਸਣ ਦੀ ਜਿਹੜੀ ਵਿਧੀ ਸਭ ਨੂੰ ਆਉਂਦੀ, ਸਾਰੇ ਮਾਨੀ ਆ ਕੇ ਫਸ ਜਾਂਦੇ, ਪਰ ਇਹ ਜਾਲ ਨੂੰ ਕੱਟਣਾ ਕਿਵੇਂ ਉਹ ਕੋਈ ਵਿਰਲਾ ਜਾਣਦਾ। ਸਤਿਗੁਰੂ ਫਰਮਾਉਂਦੇ ਫਾਸਨ ਕੀ ਵਿਦ ਸਭ ਕੋਈ ਜਾਣੇ ਛੂਟਨ ਕੀ ਇੱਕ ਕੋਈ। ਬਈ ਜਿਹੜੀ ਇਹ ਜਾਲ ਦੇ ਵਿੱਚ ਫਸਣ ਦੀ ਵਿਧੀ ਹੈ, ਤਰੀਕਾ ਸਭ ਨੂੰ ਆਉਂਦਾ ਵੀ ਕਿਵੇਂ ਫਸਣਾ। ਇਹ ਜਾਲ ਨੂੰ ਕੱਟਣਾ ਕਿਵੇਂ, ਇੱਥੋਂ ਯਾਦ ਕਿਵੇਂ ਹੋਣਾ, ਉਹ ਕੋਈ ਵਿਰਲਾ ਹੀ ਜਾਣਦਾ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ। ਫਿਰ ਆਪਾਂ ਨੂੰ ਇਸ ਲਈ ਸਮਝਾਉਂਦੇ ਵੀ ਤੁਸੀਂ ਇੱਥੋਂ ਯਾਦ ਹੋ ਵੀ ਇੱਥੇ ਮਾਇਆ ਦੇ ਵਿੱਚ ਹੀ ਨਾ ਰਹੋ, ਕਿਉਂਕਿ ਮਿਰਤ ਮੰਡਲ ਹੈ, ਇੱਥੇ ਅਸੀਂ ਸਦਾ ਨਹੀਂ ਰਹਿ ਸਕਦੇ। ਖੇਲ ਤਾਂ ਰੋਜ਼ ਦੀ ਰੋਜ਼ ਦਾ ਸਵੇਰੇ ਆਏ ਹਾਂ, ਰਾਤ ਨੂੰ ਇੱਥੋਂ ਵਾਪਸ ਮੁੜ ਜਾਂਦੇ ਆਪਣੇ ਘਰ ਨੂੰ। ਇਸ ਲੋਕ ਦੇ ਵਿੱਚ ਇਹ ਕਾਲ ਦਾ ਦੇਸ਼ ਹੈ, ਇੱਥੇ ਸਾਡੇ ਰਹਿਣ ਵਾਸਤੇ ਇਹਨਾਂ ਕੋਲ ਸੁੱਖ ਸਹੂਲਤ ਨਹੀਂ ਹੈ ਕੋਈ ਵੀ। ਅਸੀਂ ਇਹਨਾਂ ਦੇ ਦੇਸ਼, ਇਹਨਾਂ ਦੇ ਘਰ ਦੇ ਵਿੱਚ ਨਹੀਂ ਰਹਿ ਸਕਦੇ। ਸਾਨੂੰ ਇਹਨੂੰ ਖਾਲੀ ਕਰਨਾ ਪੈਣਾ, ਛੱਡਣਾ ਪੈਣਾ। ਜੇ ਅਸੀਂ ਨਹੀਂ ਛੱਡਾਂਗੇ ਵੀ ਅਸੀਂ ਤਾਂ ਨਹੀਂ ਸੌਣਾ ਜੀ, ਅਸੀਂ ਤਾਂ ਨਹੀਂ ਘਰ ਜਾਣਾ, ਅਸੀਂ ਤਾਂ ਇੱਥੇ ਹੀ ਰਹਿਣਾ, ਫਿਰ ਇਹ ਸਾਨੂੰ ਇਸ ਲੋਕ ਦੇ ਜਿਹੜੇ ਕਾਲ ਦੇ ਜਰਨੈਲ ਨੇ, ਫਿਰ ਇਹ ਸਾਨੂੰ ਪਾਗਲ ਕਰ ਦੇਣਗੇ। ਜਿਵੇਂ ਆਪਾਂ ਦੇਖਦੇ ਸੰਸਾਰ 'ਚ ਜੀਵ ਕੋਈ 2-4 ਦਿਨ ਨਾ ਸੌਵੇਂ ਤੇ ਉਹ ਉਦੋਂ ਹੀ ਬੌਰਾ ਹੋ ਜਾਂਦਾ, ਕਮਲਿਆਂ ਵਾਂਗ ਕਰਨਾ ਸ਼ੁਰੂ ਕਰ ਦਿੰਦੇ। ਫਿਰ ਉਹਨੂੰ ਡਾਕਟਰਾਂ ਪਾਸ ਲੈ ਕੇ ਜਾਂਦੇ, ਉਹਦੇ ਦਵਾਈ ਦਵਾਉਂਦੇ, ਟੀਕੇ ਲਾਉਂਦੇ ਵੀ ਕਿਵੇਂ ਨਾ ਕਿਵੇਂ ਇਹਨੂੰ ਨੀਂਦ ਆ ਜੀ। ਜਾਣੀ ਵੀ ਇਸ ਲੋਕ ਦੇ ਵਿੱਚ ਅਸੀਂ ਰਹਿ ਨਹੀਂ ਸਕਦੇ, ਇਹ ਸਾਡਾ ਦੇਸ਼ ਨਹੀਂ। ਹੁਣ ਖੇਲ ਤਾਂ ਰੋਜ਼ ਦੀ ਰੋਜ਼ ਦਾ, ਅਤੇ ਅੰਤ ਜਦੋਂ ਸਮਾਂ ਆਉਂਦਾ ਸਾਨੂੰ ਸਦਾ ਵਾਸਤੇ ਇਹਨੂੰ ਛੱਡਣਾ ਪੈਂਦਾ। ਹੁਣ ਆਪਾਂ ਨੂੰ ਤਾਂ ਕਹਿੰਦੇ ਵੀ ਜੇ ਅਸੀਂ ਆਪਦੇ ਆਪ ਇਹਨੂੰ ਛੱਡਣਾ ਸਿੱਖ ਲਾਂਗੇ, ਜਿਹੜੀ ਅਵਸਥਾ ਸਾਡੀ ਹੁਣ ਰੋਜ਼ ਸੌਣ ਲੱਗਿਆ ਹੁੰਦੀ, ਉਹੀਓ ਸਮਾਂ ਅੰਤ ਸਮੇਂ ਜਦੋਂ ਆਉਂਦਾ ਉਵੇਂ ਹੁੰਦੀ। ਹੁਣ ਵੀ ਆਪਾਂ ਰੋਜ਼ ਮਰਦੇ, ਇਹ ਨਹੀਂ ਵੀ ਕੋਈ ਮੌਤ ਸਾਨੂੰ, ਇਹ ਰੋਜ਼ ਸਾਨੂੰ ਮੌਤ ਆਉਂਦੀ, ਅਸੀਂ ਰੋਜ਼ ਹੀ ਮਰਦੇ। ਜਦੋਂ ਆਪਾਂ ਸੌਂ ਜਾਂਦੇ ਇੱਧਰੋਂ ਮਰ ਜਾਂਦੇ, ਤਾਈਓ ਮਰਿਆਂ ਨੂੰ ਸਾਨੂੰ ਕੋਈ ਗਿਆਨ ਨਹੀਂ ਰਹਿੰਦਾ। ਜਦੋਂ ਆਪਾਂ ਸੌਂ ਗਏ ਤਾਈਓ ਕਹਿੰਦੇ ਸੁੱਤਾ ਮੋਇਆ ਇੱਕ ਬਰਾਬਰ। ਬਈ ਉਦੋਂ ਸਾਨੂੰ, ਜਦੋਂ ਮਰਦਾ ਜੀਵ ਉਦੋਂ ਵੀ ਸਭ ਕੁਛ ਭੁੱਲਦਾ ਹੈ, ਅਤੇ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਉਦੋਂ ਵੀ ਸਾਨੂੰ ਸਭ ਕੁਛ ਭੁੱਲ ਜਾਂਦਾ। ਉਦੋਂ ਆਪਾਂ ਨੂੰ ਨਹੀਂ ਯਾਦ ਰਹਿੰਦਾ ਵੀ ਸਾਡਾ ਕਿਹੜਾ ਘਰ ਬਾਰ ਹੈ, ਸਾਡਾ ਮਾਂ ਪਿਓ ਕੌਣ ਹੈ, ਕਿੰਨੇ ਅਸੀਂ ਭੈਣ ਭਰਾ, ਸਭ ਸਾਨੂੰ ਭੁੱਲ ਜਾਂਦਾ ਸਾਰਾ ਕੁਝ, ਕਿਉਂਕਿ ਅਸੀਂ ਮਰ ਗਏ ਇੱਧਰ। ਹੁਣ ਇਹਦਾ ਸਾਨੂੰ ਕੁਦਰਤ ਵੱਲੋਂ ਵੱਖ ਕਰਾਇਆ ਜਾਂਦਾ, ਅਤੇ ਹੁਣ ਗੁਰਬਾਣੀ ਗੁਰੂ 'ਚ ਸਾਨੂੰ ਤਰਤੀਬ ਦਿੱਤੀ। ਕਰਨਾ ਸਾਰਾ ਕੁਛ ਉਹੀ ਹੈ ਜਿਹੜਾ ਅਸੀਂ ਰੋਜ਼ ਕਰਦੇ ਹਾਂ। ਇੱਧਰ ਆਉਂਦੇ ਹਾਂ, ਕਰਮ ਕਰਦੇ ਹਾਂ, ਪਰਿਵਾਰ 'ਚ ਰਹਿੰਦੇ, ਸੰਸਾਰ 'ਚ ਸੌਂਦੇ ਹਾਂ, ਅਤੇ ਕਰਨਾ ਸਾਰਾ ਕੁਛ ਉਵੇਂ ਹੀ ਆ। ਸਿਰਫ ਸਾਨੂੰ ਗੁਰਬਾਣੀ 'ਚ ਤਰਤੀਬ ਦਿੱਤੀ ਹੈ ਵੀ ਐਂ ਕਰ।
ਕੰਮ ਵੀ ਕਰਨਾ, ਪਰਿਵਾਰ 'ਚ ਵੀ ਰਹਿਣਾ ਅਤੇ ਸੌਣਾ ਵੀ, ਇਹ ਦੇਹ ਨੂੰ ਵੀ ਛੱਡਣਾ। ਅਤੇ ਆਪਾਂ ਨੂੰ ਫਿਰ ਦੱਸਿਆ ਵੀ ਗੁਰੂ ਦੀ ਮੱਤ ਦੁਆਰਾ ਛੱਡੋ, ਇਸ ਤਰ੍ਹਾਂ ਤੁਸੀਂ ਆਪਣੇ ਆਪ ਛੱਡੋ। ਜਦੋਂ ਅਸੀਂ ਆਪਦੇ ਆਪ ਛੱਡਣਾ ਸਿੱਖ ਲਾਂਗੇ ਸਰੀਰ ਨੂੰ, ਇਹਨੂੰ ਕਹਿੰਦੇ ਜਿਉਂਦੇ ਜੀ ਮਰਨਾ ਸਿੱਖਣਾ। ਇਹਨੂੰ ਕਹਿੰਦੇ ਦੇਹ ਤੋਂ ਵਧੇ ਹੋਣ, ਵੀ ਜਿਉਂਦੇ ਜੀ ਇਹਨਾਂ ਨੇ ਮਰਨਾ ਸਿੱਖ ਲਿਆ। ਇੰਨੀ ਛੇਤੀ ਅਸੀਂ ਮਰਨਾ ਸਿੱਖ ਲੈਣਾ ਹੁੰਦਾ ਵੀ ਅੱਖ ਦੇ ਫੁਲਕਾਰੇ ਨਾਲ ਹੀ ਅਸੀਂ ਇੱਧਰੋਂ ਮਰ ਜਾਈਏ, ਅਤੇ ਅੱਖ ਦੇ ਫੁਲਕਾਰੇ ਨਾਲ ਹੀ ਜਦੋਂ ਇੱਛਾ ਫਿਰ ਜਿਉਂਦੇ ਹੋ ਜੀ। ਇਸ ਨੂੰ ਮਹਾਰਾਜ ਫਰਮਾਉਂਦੇ, ਜੀਵਤ ਮਰੇ ਮਰੇ ਫਨ ਜੀਵੇ, ਐਸੇ ਸੁਣ ਸਮਾਇਆ। ਵੀ ਇੰਨਾ ਅਭਿਆਸ ਹੋ ਜੇ ਸਾਡੇ ਮਨ ਦਾ ਵੀ ਜਦੋਂ ਸਾਡੀ ਇੱਛਾ, ਅਸੀਂ ਆਪਦੀ ਇੱਛਾ ਦੁਆਰਾ ਸੁਣਨ 'ਚ ਚਲੇ ਜਾਈਏ। ਜਿੰਨਾ ਸਮਾਂ ਇੱਛਾ ਸਾਡੀ ਵੀ ਅਸੀਂ ਉੱਥੇ ਰਹਿਣਾ ਉੱਥੇ ਰਹੀਏ, ਅਤੇ ਜਦੋਂ ਸਾਡੀ ਇੱਛਾ ਹੋਵੇ ਵੀ ਇੱਧਰ ਆਉਣਾ ਤਾਂ ਇੱਧਰ ਆ ਜੀ, ਵੀ ਆਪਦੀ ਮਰਜ਼ੀ ਨਾਲ ਖੇਲ ਖੇਲੀਏ। ਇਹਨੂੰ ਕਹਿੰਦੇ ਜਿਉਂਦੇ ਜੀ ਮਰਨਾ ਸਿੱਖਣਾ, ਦੇਹ ਤੋਂ ਵਧੇ ਹੋ ਜਾਣ। ਅਤੇ ਤਾਂਹੀਓ ਸਾਨੂੰ ਫਿਰ ਸਮਝਾਉਂਦੇ ਵੀ ਜਿਹੜਾ ਅਸੀਂ ਮਰਨਾ ਭੁੱਲ ਗਏ, ਅਤੇ ਸਾਨੂੰ ਕਹਿੰਦੇ ਵੀ ਤੁਸੀਂ ਹੁਣ ਗੁਰੂ ਦੀ ਸ਼ਰਨ 'ਚ ਆ ਕੇ ਸਿੱਖ ਲਓ। ਮਹਾਰਾਜ ਫਰਮਾਉਂਦੇ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਵੀ ਜੇ ਹੁਣ ਅਸੀਂ ਇਹ ਸਿੱਖ ਲਾਂਗੇ, ਸਾਡਾ ਮੁਖ ਉਜਲ ਹੋ ਜਾਣਾ ਸੱਚੇ ਦਰਬਾਰ ਦੇ ਵਿੱਚ। ਜੇ ਹੁਣ ਅਸੀਂ ਇਹ ਸਿੱਖ ਲਾਂਗੇ ਜਿਉਂਦੇ ਜੀ ਮਰਨਾ, ਅਤੇ ਸਾਨੂੰ ਦੁੱਖ ਨਹੀਂ ਹੋਏਗਾ। ਜੇ ਹੁਣ ਅਸੀਂ ਸ਼ਬਦ ਦੁਆਰਾ ਸਿੱਖ ਲਿਆ ਅਤੇ ਅਸੀਂ ਸਦਾ ਲਈ ਆਨੰਦ ਅਵਸਥਾ ਚਲੇ ਜਾਵਾਂਗੇ। ਮਹਾਰਾਜ ਫਰਮਾਉਂਦੇ, ਸ਼ਬਦ ਮਰੇ ਤਾਂ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੇ ਨਾ ਆਵੇ ਜਾਏ, ਪੂਰੇ ਗੁਰ ਤੇ ਸੱਚ ਸਮਾਏ। ਬਈ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਸਿੱਖ ਲਾਂਗੇ ਜਿਉਂਦੇ ਜੀ ਮਰਨਾ, ਅਤੇ ਸਦਾ ਵਾਸਤੇ ਅਸੀਂ ਸੱਚ 'ਚ ਲੀਨ ਹੋ ਜਾ, ਅਤੇ ਸਦਾ ਲਈ ਆਨੰਦ ਅਵਸਥਾ ਦੇ ਵਿੱਚ ਸਾਡਾ ਮਨ ਚਲਾ ਜਾਏਗਾ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਵੀ ਪਹਿਲਾਂ ਮਰਨਾ ਜਿਹੜਾ ਉਹ ਸਿੱਖੋ। ਵੀ ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ, ਜਦੋਂ ਅਸੀਂ ਮਰਨਾ ਸਿੱਖਾਂਗੇ ਇੱਧਰੋਂ, ਅਤੇ ਫਿਰ ਹੀ ਅਸੀਂ ਮਿਲ ਸਕਦੇ। ਮਾਰੇ ਤਾਈਓ ਫਰਮਾਉਂਦੇ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਵੀ ਪਹਿਲਾਂ ਸਾਡਾ ਮਰਨ ਹੈ ਜਿਹੜਾ, ਇਹ ਮਰਨਾ ਸਿੱਖੇ ਜਿਉਂਦੇ ਜੀ। ਹੁਣ ਮਰਦੇ ਆਪਾਂ ਰੋਜ਼ ਹੀ ਹਾਂ, ਪਰ ਉਹ ਕੁਦਰਤ ਵੱਲੋਂ ਸਾਨੂੰ ਵੱਖ ਕਰਾਇਆ ਜਾਂਦਾ। ਜਦੋਂ ਹੁਣ ਆਪਾਂ ਸੌਂਦੇ ਹਾਂ, ਆਪ ਆਪਦੀ ਮਰਜ਼ੀ ਨਾਲ ਨਹੀਂ ਸੌਂਦੇ, ਅਸੀਂ ਵਿਚਾਰਾਂ 'ਚ ਸੌਂਦੇ। ਸਾਨੂੰ ਕੁਦਰਤ ਵੱਲੋਂ, ਕਾਲ ਨੂੰ ਪਰਮਾਤਮਾ ਹੁਕਮ ਦਿੰਦਾ ਵੀ ਇਹਨੂੰ ਬਾਹਰ ਕੱਢ, ਹੁਣ ਇੱਥੋਂ ਇਹ ਤਾਂ ਵਾਪਸ ਆਉਂਦਾ ਨਹੀਂ, ਵੀ ਇਹ ਤਾਂ ਹੁਣ ਆਉਣਾ ਹੀ ਭੁੱਲ ਗਿਆ, ਛੱਡਣਾ ਭੁੱਲ ਗਿਆ ਆਪਦੇ ਆਪ, ਅਤੇ ਉਹ ਫਿਰ ਕਾਲ ਸਾਨੂੰ ਇੱਥੋਂ ਕੱਢਦਾ ਬਾਹਰ। ਹੁਣ ਉਹ ਫਿਰ ਸਾਡਾ ਸਰੀਰ ਜਿਹੜਾ ਇੰਨਾ ਸਹਿਜ ਵਿੱਚ ਉਦੋਂ ਚਲਿਆ ਜਾਂਦਾ ਵੀ ਸਾਡੀ ਸੁੱਧ ਬੁੱਧ ਬਿਲਕੁਲ ਖਤਮ ਹੋ ਜਾਂਦੀ। ਫਿਰ ਉਦੋਂ ਸਾਨੂੰ ਇੱਥੋਂ ਬਾਹਰ ਕੱਢਦੇ, ਸਾਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਕੱਢਦੇ ਨੇ। ਹੁਣ ਜੇ ਅਸੀਂ ਆਪ ਕਰਾਂਗੇ ਸਿਮਰਨ, ਆਪ ਉਹ ਅਵਸਥਾ 'ਚ ਜਾਵਾਂਗੇ, ਅਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਕਿਹੜੇ ਪੁਆਇੰਟ 'ਤੇ ਜਾ ਕੇ ਅਸੀਂ ਇਹ ਦੇਹ ਛੱਡਦੇ। ਇਹਨੂੰ ਕਹਿੰਦੇ ਪਾਉਣ ਤੋਂ ਵੱਖ ਹੋਣਾ ਸਿੱਖਣਾ, ਜਿਉਂਦੇ ਜੀ ਮਰਨਾ ਸਿੱਖਣਾ, ਦੇਹ ਤੋਂ ਵਧੇ ਹੋਣ। ਜਦੋਂ ਅਸੀਂ ਆਪ ਸਿੱਖ ਲਾਂਗੇ, ਫਿਰ ਸਾਡੀ ਇੱਛਾ ਜਦੋਂ ਮਰਜ਼ੀ ਇੱਧਰੋਂ ਅਸੀਂ ਮਰ ਜਾਂਗੇ ਅਤੇ ਉੱਧਰ ਜਿਉਂਦੇ ਹੋ ਜਾਂਗੇ ਆਪਦੇ ਘਰ ਦੇ ਵਿੱਚ। ਸ਼ਬਦ ਦੁਆਰਾ ਉੱਧਰ ਅਸੀਂ ਜਾਗ ਪੈਂਦੇ। ਜਦੋਂ ਇੱਧਰ ਪਾਉਣ ਦੇ ਵਿੱਚ ਪ੍ਰਵੇਸ਼ ਹੁੰਦੇ ਹਾਂ, ਜਿਵੇਂ ਹੁਣ ਸਵੇਰ ਨੂੰ ਆ ਕੇ ਅਸੀਂ ਇੱਧਰ ਪਾਉਣ 'ਚ ਪ੍ਰਵੇਸ਼ ਹੁੰਦੇ ਹਾਂ, ਅਤੇ ਇਹ ਦ੍ਰਿਸ਼ਟ ਮਾਨ ਗਿਆਨ ਇੰਦਰੀ, ਜਿਹੜੇ ਕਰਮ ਇੰਦਰੀ ਕਰਮ ਕਰਨਾ ਸ਼ੁਰੂ ਕਰਦੇ। ਇਹ ਨਾ ਅੱਖਾਂ ਦੁਆਰਾ ਆਪਾਂ ਦੇਖਣਾ ਸ਼ੁਰੂ ਕਰਦੇ, ਕੰਨਾਂ ਦੁਆਰਾ ਸੁਣਨਾ, ਮੁੱਖ ਦੁਆਰਾ ਬੋਲਣਾ, ਹੱਥਾਂ ਪੈਰਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ, ਚੱਲਣਾ ਸ਼ੁਰੂ ਕਰ ਦਿੰਦੇ। ਜਦੋਂ ਅਸੀਂ ਇੱਧਰੋਂ ਪਾਉਣ ਤੋਂ ਵੱਖ ਹੋ ਜਾਂਗੇ,
ਜਿਉਂਦੇ ਜੀ ਮਰ ਜਾਵਾਂਗੇ, ਸੁੰਨ ਦੇ ਵਿੱਚ ਚਲੇ ਜਾਵਾਂਗੇ, ਅਤੇ ਉਥੋਂ ਸ਼ਬਦ ਪ੍ਰਗਟ ਹੋਏਗਾ, ਅਤੇ ਫਿਰ ਉੱਧਰੋਂ ਸ਼ਬਦ ਦੁਆਰਾ ਸਾਡਾ ਜਿਹੜਾ ਮਨ ਹੈ ਉਹ ਜਾਗ ਪੈਂਦਾ। ਫਿਰ ਉਹਦੇ ਜਿਹੜੇ ਗਿਆਨ ਇੰਦਰੀ ਸੂਖਮ ਅਤੇ ਕਰਮ ਇੰਦਰੀ ਉਹ ਕਰਮ ਕਰਨਾ ਸ਼ੁਰੂ ਕਰ ਦਿੰਦੇ। ਇਸ ਲੋਕ ਦਾ ਜਿਹੜਾ ਗੁਰੂ ਉਹ ਪੌਣ ਹੈ, ਜਦੋਂ ਪੌਣ 'ਚ ਆ ਕੇ ਮਿਲਾਂਗੇ ਤਾਂ ਖੇਲ ਸ਼ੁਰੂ ਹੋਏਗੀ। ਸਾਡਾ ਜਿਹੜਾ ਦੇਸ਼ ਹੈ, ਉਸ ਦੇਸ਼ ਦਾ ਗੁਰੂ ਜਿਹੜਾ ਉਹ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਲੋਕ ਦਾ ਗੁਰੂ ਪੌਣ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਇਹ ਫਿਰ ਆਪਾਂ ਨੂੰ ਸਮਝਾਇਆ ਵੀ ਤੁਸੀਂ ਜਿਉਂਦੇ ਜੀ ਮਰਨਾ ਸਿੱਖੋ। ਜਦੋਂ ਅਸੀਂ ਇੱਧਰੋਂ ਮਰ ਗਏ, ਉਧਰ ਸ਼ਬਦ ਦੁਆਰਾ ਜਿਉਂਦੇ ਹੋ ਗਏ, ਉਧਰ ਚੱਲ ਪਿਆ ਖੇਲ। ਜਦੋਂ ਉਧਰੋਂ ਇੱਧਰ ਆਏ, ਸ਼ਬਦ ਨੂੰ ਛੱਡ ਕੇ ਪੌਣ 'ਚ ਸਮਾਏ, ਅਤੇ ਇੱਧਰ ਦ੍ਰਿਸ਼ਟ ਮਨ ਖੇਲ ਸ਼ੁਰੂ ਹੋ ਗਈ। ਇਹਨੂੰ ਫਿਰ ਮਹਾਰਾਜ ਕਹਿੰਦੇ ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਬਈ ਗੁਰਮੁਖਾਂ ਨੇ ਇਹ ਖੇਲ ਬਣਾ ਲਿਆ, ਆਉਣ ਅਤੇ ਜਾਣ। ਜਦੋਂ ਇੱਧਰ ਆਉਂਦੇ ਪੌਣ 'ਚ ਮਿਲ ਕੇ, ਇੱਧਰ ਦ੍ਰਿਸ਼ਟ ਮਨ ਦੇ ਵਿੱਚ ਖੇਲਦੇ, ਅਤੇ ਜਦੋਂ ਉੱਧਰ ਜਾਂਦੇ ਸ਼ਬਦ ਦੇ ਵਿੱਚ ਮਿਲ ਕੇ ਸੂਖਮ ਦੇ ਵਿੱਚ ਚੱਲਦੇ। ਹੁਣ ਇਹ ਖੇਲ ਹੈ ਦਿਨ ਅਤੇ ਰਾਤ ਦਾ, ਜੋ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ। ਅਤੇ ਇਹਨੂੰ ਸਮਝਣ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰ। ਜਦੋਂ ਸਿਮਰਨ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋਏਗਾ। ਜਿਉਂਦੇ ਜੀ ਅਸੀਂ ਮਰਾਂਗੇ, ਫਿਰ ਅਸੀਂ ਉੱਧਰ ਆਪਦੇ ਘਰ ਦੇ ਵਿੱਚ ਜਾਵਾਂਗੇ, ਅਤੇ ਫਿਰ ਉੱਧਰ ਸ਼ਬਦ ਦੁਆਰਾ ਸਾਡਾ ਮਨ ਜਾਗ ਪਏਗਾ। ਹੁਣ ਕਿਵੇਂ ਅਸੀਂ ਉਹ ਸ਼ਬਦ ਨਾਮ ਤੱਕ ਪਹੁੰਚਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਅਭਿਆਸ ਦੱਸ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ, ਜਦੋਂ ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਸਮਝ ਲਓ ਸਾਡਾ ਮਨ ਮਰ ਗਿਆ। ਜਿਵੇਂ ਸਰੀਰ ਦੀ ਮੌਤ, ਸਵਾਸ ਖਤਮ ਹੋ ਗਏ ਤੇ ਆਪਾਂ ਕਹਿੰਦੇ ਵੀ ਮਰ ਗਿਆ। ਹੁਣ ਮਨ ਦੀ ਮੌਤ ਹੁੰਦੀ ਜਦੋਂ ਵਿਚਾਰਾਂ ਤੋਂ ਰਹਿਤ ਹੋ ਗਿਆ, ਫੁਰਨਿਆਂ ਤੋਂ, ਸ਼ਬਦ ਗੁਰੂ ਦੇ ਨਾਲ, ਨਾਮ ਦੇ ਨਾਲ ਜੁੜ ਗਿਆ, ਸ਼ਬਦ 'ਚ ਸਮਾ ਗਿਆ ਤੇ ਕਹਿੰਦੇ ਸ਼ਬਦ ਦੁਬਾਰਾ ਮਰ ਗਿਆ। ਹੁਣ ਆਪਾਂ ਨੂੰ ਫਿਰ ਇਸ ਲਈ ਸਤਿਗੁਰੂ ਕਹਿੰਦੇ ਵੀ ਤੁਸੀਂ ਮਰਨਾ ਨਾ ਭੁੱਲੋ, ਮਰਨਾ ਚੇਤੇ ਰੱਖੋ, ਤੇ ਜੇ ਭੁੱਲ ਗਏ ਹੋ ਮਰਨਾ ਤੇ ਮਰਨਾ ਸਿੱਖ ਲਓ। ਵੀ ਜਿਵੇਂ ਹੁਣ ਸੰਸਾਰ ਦੇ ਵਿੱਚ ਜੀਵ ਨੇ ਮਰਨਾ ਸਿੱਖਣਾ ਤਾਂ ਕੀ ਹੈ, ਉਹ ਤਾਂ ਮਰਨਾ ਉਹੀ ਭੁੱਲਿਆ ਹੋਇਆ। ਉਹਨੂੰ ਤਾਂ ਇਹੀ ਨਹੀਂ ਵੀ ਮੈਂ ਇੱਕ ਦਿਨ ਇੱਥੋਂ ਜਾਣਾ ਸੰਸਾਰ ਦੇ ਵਿੱਚ। ਮਰਨਾ ਉਹਨੇ ਸਿੱਖਣਾ ਤਾਂ ਕੀ ਹੈ ਸਤਿਗੁਰਾਂ ਤੋਂ, ਉਹਨੇ ਤਾਂ ਉਹੀ ਮਰਨਾ ਵਿਸਾਰ ਹੀ ਛੱਡੇ। ਉਹ ਤਾਂ ਸਮਝਦਾ ਵੀ ਮੈਂ ਕਿਹੜਾ ਇੱਥੋਂ ਜਾਣਾ। ਇਹ ਸਤਿਗੁਰੂ ਕਹਿੰਦੇ ਇਹੋ ਜਿਹਾ ਰੋਗ ਲੱਗਿਆ ਤ੍ਰਿਸ਼ਨਾ ਦਾ ਵੀ ਜੀਵਨ ਨੇ ਮਰਨਾ ਹੀ ਵਿਸਾਰ ਛੱਡੀ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਵਿਸਾਰੋ ਨਾ ਮਰਨਾ, ਤੇ ਜੇ ਤੁਸੀਂ ਮਰਨਾ ਭੁੱਲ ਗਏ ਹੋ ਤੇ ਹੁਣ ਤੁਸੀਂ ਸਿੱਖ ਲਓ। ਸਤਿਗੁਰਾਂ ਤੋਂ ਪੁੱਛ ਲਓ ਵੀ ਕਿਵੇਂ ਅਸੀਂ ਮਰੀਏ, ਅਸੀਂ ਭੁੱਲ ਗਏ ਹਾਂ ਮਰਨਾ, ਸਾਨੂੰ ਮਰਨਾ ਸਿਖਾ ਦਿਓ। ਜਿਉਂਦੇ ਜੀ ਅਸੀਂ ਕਿਵੇਂ ਮਰੀਏ, ਤੇ ਉਹ ਫਿਰ ਆਪਾਂ ਨੂੰ ਸਤਿਗੁਰੂ ਸਿਖਾਉਂਦੇ। ਤੇ ਉਹਦੇ ਵਾਸਤੇ ਸਿੱਖਣ ਲਈ ਹੁਣ ਹੀ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹੀ ਦੇ ਨਾਲ ਵਿਚਾਰਨਾ, ਖੋਜਣਾ, ਤਾਂ ਕਿ ਆਪਣਾ ਜਿਹੜਾ ਮਨ ਹੈ ਉਹ ਹੋਰ ਪਾਸੇ ਨਾ ਜਾਵੇ ਵਿਚਾਰਾਂ ਦੇ ਵਿੱਚ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨ। ਜਿੰਨੀ ਆਪਾਂ ਸੰਗਤ ਕਰਾਂਗੇ, ਵਾਰ-ਵਾਰ ਅਸੀਂ ਇਹ ਸ਼ਬਦ ਦੀ ਵਿਚਾਰ ਸੁਣਾਂਗੇ, ਸਾਡੇ ਮਨ ਨੂੰ ਸਮਝ ਲੱਗਦੀ, ਸਾਨੂੰ ਫਿਰ ਸੋਝੀ ਆਉਂਦੀ ਵੀ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ, ਕੀ ਸਾਨੂੰ ਸਮਝਾਉਣਾ ਚਾਹੁੰਦੇ। ਸੋ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਸਤਿਗੁਰੂ ਆਪਾਂ ਨੂੰ ਭੇਦ ਦੇ ਰਹੇ, ਉਹੀਓ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਸਮਝਣ ਗੋਚਰਾ ਕਰਾਇਆ, ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੇ ਅਤੇ ਉਹ ਆਪਦੇ ਜੀਵਨ ਦਾ ਲਾਹਾ ਖੱਟ ਕੇ ਖੁਸ਼ੀ ਖੁਸ਼ੀ ਇੱਥੋਂ ਆਪਦੇ ਘਰ, ਆਪਦੇ ਦੇਸ਼ ਵਾਪਸ ਜਾਵੇ। ਸੋ ਇਸ ਲਈ ਗੁਰਮੁਖ ਪਿਆਰਿਓ, ਆਪਾਂ ਵੀ ਖੇਲ ਨੂੰ ਚੰਗੀ ਤਰ੍ਹਾਂ ਸਮਝ ਕੇ ਅਤੇ ਫਿਰ ਆਪਣੇ ਘਰ ਦੇ ਵਿੱਚ ਆਉਣ ਜਾਣ ਬਣਾਉਣਾ ਹੁੰਦਾ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।